श्री वाहिगुरु साहिब जी। एक ओंकार सत नाम करता पुरख निरभौ निरवैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। ज्यों जन हो त्यों राख हर प्रभ तेरिया। केते गनो असंख अवगुण मेरिया। असंख अवगुण खते फेरे। नित प्रत सद भूलिए। मोह मगन विकराल माया। तो प्रसादी घुलिए। लोक करत बेकार बिखड़े। प्रभ नेर होते नेरिया। बिनवंत नानक दया तारहो। काड भव जल फेरिया। बिनवंत नानक दया तारहो। काड भव जल फेरिया। सतनाम। श्री राग महला पहला। सुन मन मित्र प्यारिया, मिल बेला है एह। जब लग जोबन सास है, तब लग एह तन देह।
ਸੁਣ ਮਨ ਮਿੱਤਰ ਪਿਆਰਿਆ ਮਿਲ ਬੇਲਾ ਹੈ ਏਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਆਸਾ ਦੀ ਵਾਰ ਦਾ ਅੰਮ੍ਰਿਤਮਈ ਸ਼ਬਦ ਕੀਰਤਨ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਕਰਤਾਰਪੁਰ ਨਗਰ ਵਸਾਇਆ ਹੈ, ਉਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਦੂਰੋਂ ਦੂਰੋਂ ਸੰਗਤਾਂ ਹਾਜ਼ਰੀ ਭਰਨ ਵਾਸਤੇ ਆਉਣ ਲੱਗੀਆਂ ਤੇ ਕਰਤਾਰਪੁਰ ਮਾਨੋ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੱਚਖੰਡ ਵਰਗਾ ਹੀ ਵਸਾ ਦਿੱਤਾ। ਇਨ੍ਹਾਂ ਹੀ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਪੱਖੋ ਕੇ ਰੰਧਾਵੇ ਦੇ ਰਹਿਣ ਵਾਲੇ ਭਾਈ ਅਜਿੱਤਾ ਰੰਧਾਵਾ ਜੀ, ਜਿਹੜੇ ਭਾਈ ਹਿੱਤੇ ਰੰਧਾਵੇ ਦੇ ਸੁਪੁੱਤਰ ਸਨ, ਉਹਨਾਂ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਬੜੀ ਭਾਰੀ ਤਾਂਘ ਸੀ। ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਮਨ ਵਿੱਚ ਲੈ ਕੇ ਜਦੋਂ ਗੁਰਸਿੱਖ ਦੇ ਅੰਦਰ ਪ੍ਰੇਮ ਦੀ ਖਿੱਚ ਪਈ ਤੇ ਆਪਣੇ ਨਗਰ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਜਿਵੇਂ ਭੌਰਾ ਮਕਰੰਦ ਰਸ ਦਾ ਆਨੰਦ ਮਾਣਨ ਵਾਸਤੇ ਕਮਲ ਦੇ ਫੁੱਲ ਕੋਲ ਜਾਂਦਾ ਹੈ, ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਜਾ ਕੇ ਸੀਸ ਰੱਖਿਆ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਭਾਈ ਅਜਿੱਤੇ ਰੰਧਾਵੇ ਨੇ ਇੱਕ ਪੈਰ ਤੱਕ ਗੁਰੂ ਸਾਹਿਬ ਦੇ ਚਰਨਾਂ ਤੇ ਆਪਣਾ ਸੀਸ ਰੱਖੀ ਛੱਡਿਆ, ਉੱਥੇ ਹੀ ਲੰਮਾ ਪਿਆ ਰਿਹਾ। ਇੱਕ ਪੈਰ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਅਜਿੱਤੇ ਰੰਧਾਵੇ ਨੂੰ ਉਠਾਇਆ, ਰਿੱਧੀਆਂ ਸਿੱਧੀਆਂ ਦੀ ਦਾਤ ਬਖਸ਼ ਕੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਸਾਹਿਬ ਨੇ ਨਿਹਾਲ ਕੀਤਾ। ਇੰਨੀ ਸ਼ਕਤੀ ਦਾ ਮਾਲਕ ਬਣ ਗਿਆ ਕਿ ਇੱਕ ਵਾਰੀ ਬਟਾਲੇ ਦੇ ਵਿੱਚ ਕੁਝ ਪੰਛੀ ਮਰ ਗਏ ਸਨ। ਉਹਨਾਂ ਨੂੰ ਜਿੰਦਾ ਕਰਨ ਵਾਸਤੇ ਇੱਕ ਤਲਾਬ ਦੇ ਉੱਪਰ ਚਾਦਰ ਵਿਛਾ ਕੇ ਆਸਣ ਲਾ ਕੇ ਬੈਠ ਗਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਰਸ਼ਨ ਬਖਸ਼ ਕੇ ਨਿਹਾਲ ਕੀਤਾ। ਧੰਨ ਗੁਰਸਿੱਖੀ ਆਖਿਆ ਤੇ ਭਾਈ ਅਜਿੱਤੇ ਰੰਧਾਵੇ ਨੂੰ ਮੁਖਾਤਿਬ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ। ਆਪਣਾ ਪਿਆਰਾ ਸਨੇਹੀ ਸਖਾ ਮਿੱਤਰ ਸਮਝ ਕੇ ਸਤਿਗੁਰੂ ਜੀ ਭਾਈ ਅਜਿੱਤੇ ਰੰਧਾਵੇ ਨੂੰ ਉਪਦੇਸ਼ ਦਿੰਦੇ ਹਨ। ਉਂਝ ਵੀ ਗੁਰੂ ਸਾਹਿਬ ਜਦੋਂ ਕਿਸੇ ਸਿੱਖ ਨੂੰ ਸਮਝਾਉਂਦੇ ਹਨ ਤੇ ਆਪਣਾ ਪਿਆਰਾ ਮਿੱਤਰ ਕਹਿ ਕੇ ਸਮਝਾਉਂਦੇ ਨੇ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਵਿਸ਼ੇਸ਼ ਗੁਣ ਹੈ।
कि किधरे समझण वाला उपदेश लैण वाला अपने आप नूं नीवां ना समझ लवे, उसनों भी अपने बराबर रख के अपना मित्र प्यारा सखा भरा कह के सतगुरु पातशाह उपदेश दिंदे ने। आओ मन चित बिरतियां एकाग्र करके सरवण करिए जी। सतनाम श्री वाहिगुरु साहिब जी। श्री राग महला पहला। सुन मन मित्र प्यारिया मिल बेला है एह। श्री राग अंदर जगत गुरु श्री गुरु नानक देव जी महाराज दा पवित्र शब्द है। हजूर बख्शिश करते ने, सुन मन मित्र प्यारिया। हे साडे मन दे प्यारे मित्र अजिता रंधावा, साडी गल नूं सुन। मिल वेला है ए। अकाल पुरख वाहिगुरु नाल मिलन दा यही समा है। जेकर ये मनुखा जन्म दा वेला हथों निकल गया ते बाद विच केवल पछतावा ही पल्ले रह जावेगा। किसी होर जून दे विच जां फिर इस जन्म तो बाद विच किसी भी साधन द्वारा परमेश्वर की प्राप्ति नहीं हो सकती। पई प्राप्त मानुख देहुरिया, गोबिंद मिलन की इहो तेरी बरिया। गुरु ग्रंथ साहिब महाराज पातशाह कहते ने, ये जो मानस देही प्राप्त हुई है, ये अकाल पुरख वाहिगुरु नाल मिलन दा एक मौका है। अवर काज तेरा कितै ना काम, मिल साध संगत भज केवल नाम। जिन्ने होर तू धंधियां दे विच ग्रसिया है, वो किसी भी काम नहीं आउणगे। तां करके साध संगत विच मिल बैठ के परमेश्वर दा आराधन कर, यही तेरे जीवन वास्ते सब तो उत्तम कर्म है। सतगुरु गुरु नानक देव जी महाराज पातशाह बख्शिश करते हन कि सुन मन मित्र प्यारिया। हे मेरे प्यारे मित्र, भाव हे मेरे मन। अजिते रंधावे नूं भी अपना मित्र समझ के सतगुरु पातशाह उपदेश बख्शदे ने ते अपने मन नूं भी अपना मित्र बना के, मित्र कह के उपदेश दिंदे ने। क्योंकि सियाणियां दा कथन है कि जिस बंदे ताईं सानू काम होवे, ओनू जी कह के, वीर कह के, भरा कह के आपां बुलाउंदे हां। जे ਉਹਦੇ ਨਾਲ रुखी बोली विच गल करिए ते फिर वो बंदा साडा काम भी नहीं करेगा। जिस ताईं काम होवे ਉਹਦੇ ਨਾਲ प्रेम नाल ही गल करनी पैंदी है। ते मन दे नाल सब तो वड्डा काम है। मम्मा मन स्यों काज है, मन साधे सिद्ध होए। मन ही मन स्यों कहे कबीरा, मनसा मिलिया ना कोई। मन नाल जीव नूं सब तो वड्डा काम है परमेश्वर की प्राप्ति दा। भगत कबीर साहब कहंदे जी, असल विच वेखीए ते बंदे दा सारा काम ही अपने मन नाल है। होर किसे दी भी लोड़ नहीं। रब की प्राप्ति वास्ते सारा काम मन नाल है। ते जिस तो काम लेना होवे ओनू जी कह के कवाईदा है। ते गुरु नानक साहब महाराज भी मन नूं बड़े प्यार नाल कहंदे, हे मेरे मित्र ते हे मेरे प्यारे मित्र मेरे मन, मेरी गल सुन, मैं तैनूं समझाउंदा हां। मिल वेला है ए। जिन्हां विकारां वासनावां विच तू ग्रसिया है, वो तेरे जीवन दा समा बर्बाद कर रहे ने। परमेश्वर की प्राप्ति का वक्त यही है। पौड़ी छुड़की फिर हाथ ना आवे, अहला जन्म गवाया। जदों इस जीवन रूपी पौड़ी दे डंडे तो पैर खिसक गया, फिर चाह के भी ये जन्म प्राप्त नहीं होना ते होरना जूना दे विच धक्के खाने पैणगे। कबीर मानस जन्म दुलंभ है, होए ना बारे बार। ज्यों बन फल पाके भोए गिरहे, बहुर ना लग है डार।
ਭਗਤ ਕਬੀਰ ਜੀ ਕਹਿੰਦੇ ਨੇ ਇਹ ਜਨਮ ਬੜਾ ਦੁਰਲੱਭ ਹੈ, ਕਿਸਮਤ ਨਾਲ ਤੈਨੂੰ ਮਿਲਿਆ। ਕਿਉਂਕਿ ਦੇਵਤੇ ਵੀ ਇਸ ਦੇਹੀ ਨੂੰ ਪ੍ਰਾਪਤ ਕਰਨ ਵਾਸਤੇ ਤਰਸਦੇ ਨੇ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਜਿਸ ਸਰੀਰ ਨੂੰ ਪ੍ਰਾਪਤ ਕਰਨ ਵਾਸਤੇ ਦੇਵੀ ਦੇਵਤੇ ਵੀ ਤਰਸਦੇ ਨੇ, ਤੇਰੇ ਬੜੇ ਚੰਗੇ ਭਾਗ ਹਨ, ਤੈਨੂੰ ਉਹ ਸਰੀਰ ਮਿਲਿਆ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਜਨਮ ਦੁਲੰਭ ਹੈ, ਬੜਾ ਦੁਰਲੱਭ ਹੈ ਇਹ ਮਾਨਸ ਜਨਮ। ਹੋਏ ਨਾ ਬਾਰੇ ਬਾਰ, ਵਾਰ-ਵਾਰ ਨਹੀਂ ਹੁੰਦਾ ਇਹ ਜਨਮ, ਵਾਰ-ਵਾਰ ਨਹੀਂ ਹੁੰਦਾ। ਕਿਉਂਕਿ ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲੱਗਹਿ ਡਾਰ। ਜਿਹੜਾ ਫਲ ਇੱਕ ਵਾਰੀ ਟਾਹਣੀ ਦੇ ਨਾਲੋਂ ਟੁੱਟ ਜਾਵੇ, ਫਿਰ ਉਸ ਨੂੰ ਜੋੜਿਆ ਨਹੀਂ ਜਾ ਸਕਦਾ। ਇਵੇਂ ਹੀ ਜਿਹੜਾ ਮਨੁੱਖ ਇੱਕ ਵਾਰੀ ਇਸ ਸੰਸਾਰ ਤੋਂ ਕੂਚ ਕਰ ਗਿਆ, ਫਿਰ ਦੁਬਾਰਾ ਉਸ ਨੂੰ ਮੌਕਾ ਨਹੀਂ ਮਿਲੇਗਾ। ਤੇ ਜੇ ਦੁਬਾਰਾ ਮੌਕਾ ਮਿਲੇਗਾ ਵੀ ਤੇ ਪਹਿਲਾਂ 84 ਲੱਖ ਜੂਨਾਂ ਵਿੱਚੋਂ ਲੰਘ ਕੇ ਆਉਣਾ ਪਵੇਗਾ। ਭਾਵ ਕਿ ਦੁਬਾਰਾ ਲੰਬੀ ਲਾਈਨ ਦੇ ਵਿੱਚ ਖੜਨਾ ਪਵੇਗਾ। ਸਾਰੀਆਂ ਜੂਨਾਂ ਨੂੰ ਭੋਗਣ ਤੋਂ ਬਾਅਦ ਵਿੱਚ ਫੇਰ ਕਿਤੇ ਜਾ ਕੇ ਇਹ ਜਨਮ ਪ੍ਰਾਪਤ ਹੋਣਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ। ਬਹੁਤ ਲੰਬੇ ਸਮੇਂ ਬਾਅਦ ਵਿੱਚ ਇਹ ਸਰੀਰ ਪ੍ਰਾਪਤ ਹੋਇਆ ਹੈ। ਮਹਾਰਾਜ ਇਹ ਸਰੀਰ ਤੋਂ ਪਹਿਲਾਂ ਤੁਸੀਂ ਕਿੱਥੇ ਸੀ? ਤੇ ਗੁਰੂ ਸਾਹਿਬ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ। ਇਹ ਮਨੁੱਖ ਇਸ ਸਰੀਰ ਤੋਂ ਪਹਿਲਾਂ, ਇਸ ਜਾਮੇ ਤੋਂ ਪਹਿਲਾਂ ਕਈ ਜਨਮ ਕੀੜਿਆਂ ਦੀ ਜੂਨ ਵਿੱਚ, ਕਈ ਪਤੰਗਿਆਂ ਦੀ ਜੂਨ ਵਿੱਚ, ਸੱਪ ਇਤਿਆਦਿਕ ਠੋਇਆਂ ਦੀ ਜੂਨ ਵਿੱਚ ਪਿਆ ਰਿਹਾ। ਫਿਰ ਅੱਗੇ ਜਾ ਕੇ ਸਾਹਿਬ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਸੈਲ ਕਹੀਏ ਪਹਾੜ ਪਰਬਤ, ਸੈਲ ਪੱਥਰ, ਗਿਰ ਪਹਾੜ। ਕਈ ਜਨਮ ਤਾਂ ਪੱਥਰ ਬਣ ਕੇ ਹੀ ਪਿਆ ਰਿਹਾ। ਤੇ ਪੱਥਰ ਦੀ ਉਮਰ ਬੜੀ ਲੰਬੀ ਹੈ। ਕਈ ਯੁੱਗਾਂ ਤੱਕ ਪੱਥਰਾਂ ਦੀ ਉਮਰ ਹੈ। ਤੇ ਪੱਥਰਾਂ ਦੀ ਜੂਨ ਵਿੱਚ ਸੈਂਕੜੇ, ਹਜ਼ਾਰਾਂ, ਲੱਖਾਂ ਸਾਲ ਪਿਆ ਰਿਹਾ। ਤੇ ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ। ਸਾਖ ਮਤਲਬ ਟਾਹਣੀ। ਕਈ ਜਨਮ ਤਾਂ ਇਹ ਰੁੱਖਾਂ ਦੀ ਜੂਨ ਵਿੱਚ ਹੀ ਇਹਨੇ ਗੁਜ਼ਾਰ ਦਿੱਤੇ। ਲੱਖ 84 ਜੂਨ ਪਰਮਾਇਆ। ਪਰਮੇਸ਼ਰ ਨੇ 84 ਲੱਖ ਜੂਨਾਂ ਵਿੱਚ ਪਰਮਾਉਣ ਤੋਂ ਬਾਅਦ ਵਿੱਚ ਇਹ ਮਾਨਸ ਦੇਹੀ ਬਖਸ਼ਿਸ਼ ਕੀਤੀ ਹੈ। ਤਾਂ ਕਰਕੇ ਸਾਹਿਬ ਕਹਿੰਦੇ ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲੱਗਹਿ ਡਾਰ। ਜਿਵੇਂ ਰੁੱਖ ਨਾਲੋਂ ਟੁੱਟੇ ਹੋਏ ਫਲ ਦੁਬਾਰਾ ਨਹੀਂ ਜੁੜਦੇ, ਇਸੇ ਤਰ੍ਹਾਂ ਭਾਈ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ। ਮਿਲ ਵੇਲਾ ਹੈ ਇਹ ਮੇਰੇ ਪਿਆਰੇ ਮਿੱਤਰ ਮਨ ਸੁਣ। ਪਰਮੇਸ਼ਰ ਨਾਲ ਮਿਲਣ ਦਾ ਇਹੀ ਤੇਰਾ ਸਮਾਂ ਹੈ, ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ। ਇਹ ਜੀਵਨ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਵਰਨਾ ਵਿਸ਼ੇ ਵਿਕਾਰ ਤਾਂ ਪਸ਼ੂ ਪੰਛੀ ਜਾਨਵਰ ਵੀ ਭੋਗਦੇ ਨੇ। ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਦਾਤਾਰ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਜਦੋਂ ਜਹਾਂਗੀਰ ਦੀ ਬੇਗਮ ਨੂਰ ਜਹਾਨ ਨੇ ਆਪਣੀਆਂ ਦਾਸੀਆਂ ਸਮੇਤ ਕੀਤੇ ਤੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਬਹੁਤ ਨੇਕ ਸੁਭਾਅ ਵਾਲੇ ਨੇ ਤੇ ਗੁਰੂ ਸਾਹਿਬ ਦੇ ਉੱਚੇ ਆਚਰਣ ਦੀ ਬੜੀ ਸਿਫਤ ਕੀਤੀ, ਬੜੀ ਸਲਾਹਤ ਕੀਤੀ।
ਕਿ ਬੇਸ਼ੱਕ ਉਹਨਾਂ ਦਾ ਭਰਵਾਂ ਜੁੱਸਾ ਹੈ, ਨੈਣ ਨਕਸ਼ ਬੜੇ ਸੁੰਦਰ ਨੇ, ਉੱਚਾ ਲੰਮਾ ਕੱਦ ਹੈ, ਡੀਲ ਡੌਲ ਬੜਾ ਸੋਹਣਾ ਹੈ, ਪਰ ਉਹਨਾਂ ਦਾ ਆਚਰਣ ਬੜਾ ਉੱਚਾ ਹੈ। ਕੁਝ ਦਿਨਾਂ ਬਾਅਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਇਹ ਗੱਲ ਆਖ ਦਿੱਤੀ ਕਿ ਮਹਾਰਾਜ, ਮੈਂ ਤੁਹਾਡੇ ਕਿਰਦਾਰ ਦੀਆਂ ਬੜੀਆਂ ਸਿਫਤਾਂ ਸੁਣੀਆਂ ਨੇ, ਪਰ ਮੈਂ ਹੈਰਾਨ ਹਾਂ ਕਿ ਜਵਾਨੀ ਦੀ ਉਮਰ ਵਿੱਚ ਤੁਸੀਂ ਆਪਣੇ ਆਪ ਤੇ ਇੰਨਾ ਕਾਬੂ ਕਿਵੇਂ ਰੱਖਦੇ ਹੋ, ਕਿਉਂਕਿ ਭਰਵਾਂ ਜੁੱਸਾ ਹੈ, ਡੀਲ ਡੌਲ ਹੈ, ਬੜਾ ਸੋਹਣਾ ਸੁੰਦਰ ਤੁਹਾਡਾ ਕੱਦ ਹੈ, ਨੈਣ ਨਕਸ਼ ਵੀ ਬੜੇ ਸੋਹਣੇ ਨੇ। ਇਸਲਾਮ ਧਰਮ ਦੇ ਵਿੱਚ ਅੱਜ ਤੱਕ ਸਭ ਤੋਂ ਜ਼ਿਆਦਾ ਸੁੰਦਰ ਯੂਸਫ ਨੂੰ ਮੰਨਿਆ ਗਿਆ ਹੈ। ਕਹਿੰਦੇ ਨੇ ਜਦੋਂ ਯੂਸਫ ਸੱਜ ਫੱਬ ਕੇ ਆਪਣੇ ਮਹਿਲਾਂ ਵਿੱਚੋਂ ਨਿਕਲਦਾ ਸੀ ਤੇ ਇਹਦੇ ਵੱਲ ਵੇਖ ਕੇ ਕਈ ਬੀਬੀਆਂ ਇੰਨੀਆਂ ਮੋਹਿਤ ਹੋ ਜਾਂਦੀਆਂ ਸਨ ਕਿ ਜੇ ਉਹਨਾਂ ਸਬਜ਼ੀ ਚੀਰਦੀਆਂ ਹੋਣਾ ਤੇ ਆਪਦੇ ਉਂਗਲਾਂ ਦੇ ਪੋਟੇ ਚਾਕੂ ਦੇ ਨਾਲ ਵੱਢੇ ਜਾਣੇ, ਪਰ ਉਹ ਇਹਦਾ ਰੂਪ ਵੇਖਣ ਵੱਲ ਮੋਹਿਤ ਹੋ ਜਾਂਦੀਆਂ ਸੀ। ਆਪਣੀ ਉਂਗਲ ਵਢਾ ਲੈਣੀ, ਪਰ ਯੂਸਫ ਦੇ ਚਿਹਰੇ ਵੱਲ ਵੇਖਦੇ ਰਹਿਣਾ। ਪਰੰਤੂ ਮੁਸਲਮਾਨ ਇਤਿਹਾਸਕਾਰ ਤੇ ਲੇਖਕਾਂ ਦਾ ਮੰਨਣਾ ਹੈ ਕਿ ਬੇਸ਼ੱਕ ਸਾਡੇ ਧਰਮ ਵਿੱਚ ਯੂਸਫ ਨੂੰ ਬੜਾ ਸੁੰਦਰ ਮੰਨਿਆ ਗਿਆ ਹੈ, ਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਯੂਸਫ ਦੀ ਸੋਭਾ ਵੀ ਫਿੱਕੀ ਪੈ ਜਾਂਦੀ ਹੈ। ਜਦੋਂ ਜਹਾਂਗੀਰ ਬਾਦਸ਼ਾਹ ਨੇ ਆਖਿਆ ਕਿ ਤੁਸੀਂ ਆਪਣੇ ਆਪ ਤੇ ਇੰਨਾ ਕਾਬੂ ਕਿਵੇਂ ਰੱਖਦੇ ਹੋ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਦਸ਼ਾਹ, ਇੱਕ ਵਾਰੀ ਇਹੋ ਸਵਾਲ ਕਿਸੇ ਫਕੀਰ ਨੂੰ ਕਿਸੇ ਰਾਜੇ ਨੇ ਕੀਤਾ ਸੀ, ਤੇ ਕਥਾ ਬੜੀ ਲੰਬੀ ਚੌੜੀ ਹੈ, ਮੈਂ ਤੈਨੂੰ ਸੂਤਰ ਰੂਪ ਦੇ ਵਿੱਚ ਜੋ ਮੂਲ ਗੱਲ ਹੈ ਉਹ ਦੱਸ ਦਿੰਦਾ ਹਾਂ। ਫਕੀਰ ਨੇ ਰਾਜੇ ਨੂੰ ਆਖਿਆ, ਰਾਜਨ, ਠੀਕ ਹੈ, ਪਰਮੇਸ਼ਰ ਦੀ ਕਿਰਪਾ ਨਾਲ ਮੈਂ ਆਪਣੇ ਆਪ ਤੇ ਸੰਜਮ ਰੱਖਦਾ ਹਾਂ, ਪਰ ਤੂੰ ਵੀ ਸੁਣ ਲਾ, ਤੇਰੀ ਜ਼ਿੰਦਗੀ 8 ਦਿਨ ਦੀ ਰਹਿ ਗਈ ਹੈ, 8 ਦਿਨਾਂ ਬਾਅਦ ਤੇਰੀ ਮੌਤ ਹੋ ਜਾਵੇਗੀ। ਰਾਜਾ ਘਰ ਗਿਆ। ਅੱਜ ਸ਼ਾਹੀ ਮਹੱਲਾਂ ਦੇ ਸ਼ਾਹੀ ਠਾਠ ਬਾਠ ਵਾਲੇ ਸੁੰਦਰ ਸਵਾਦਿਸ਼ਟ ਖਾਣੇ ਭੁੱਲ ਗਏ, ਅੱਜ ਮਖਮਲੀ ਗਦੇਲੇ ਵੀ ਭੁੱਲ ਗਏ। ਆਪਣੇ ਪਲੰਗ ਤੇ ਜਾ ਕੇ ਨਾ ਸੁੱਤਾ, ਸਗੋਂ ਮੰਦਰ ਵਿੱਚ ਜਾ ਕੇ ਪੂਜਾ ਕਰਨ ਲੱਗ ਪਿਆ। ਪੂਜਾ ਕਰਦਿਆਂ ਕਰਦਿਆਂ ਰਾਤ ਪੈ ਗਈ, ਪਰ ਰਾਤ ਨੂੰ ਵੀ ਰਾਜੇ ਨੂੰ ਨੀਂਦ ਨਾ ਆਵੇ। ਮੰਤਰਾਂ ਦਾ ਜਾਪ ਕਰਨ ਲੱਗ ਪਿਆ। ਸਵੇਰ ਹੋ ਗਈ, ਅਗਲੇ ਦਿਨ ਫਿਰ ਮੰਤਰਾਂ ਦਾ ਜਾਪ। ਲਗਾਤਾਰ 8 ਦਿਨ ਮੰਤਰ ਜਾਪ ਕੀਤਾ, ਪੂਜਾ ਭਜਨ ਪਾਠ ਕੀਤਾ। ਜਦੋਂ 8ਵੇਂ ਦਿਨ ਵੀ ਮੌਤ ਨਾ ਹੋਈ, ਫਕੀਰ ਕੋਲ ਵਾਪਸ ਆ ਕੇ ਕਹਿਣ ਲੱਗਾ, ਫਕੀਰ ਜੀ, ਮੈਂ ਤੇ ਅਜੇ ਵੀ ਜਿੰਦਾ ਹਾਂ। ਉਸ ਫਕੀਰ ਨੇ ਕਿਹਾ ਕਿ ਰਾਜਨ, ਜਿਹੜਾ 8 ਦਿਨ ਤੂੰ ਭਜਨ ਕੀਤਾ ਹੈ, ਉਸ ਭਜਨ ਦੀ ਬਦੌਲਤ ਤੇਰੀ ਮੌਤ ਕੱਟੀ ਗਈ ਹੈ, ਮੌਤ ਤੇਰੀ ਟਲ ਗਈ ਹੈ। ਪਰ ਤੂੰ ਸਾਨੂੰ ਇਹ ਦੱਸ ਕਿ 8 ਦਿਨਾਂ ਦੇ ਵਿੱਚ ਤੇਰੇ ਮਨ ਵਿੱਚ ਕੋਈ ਵਾਸ਼ਨਾ ਫੁਰੀ, ਕੋਈ ਵਿਕਾਰ ਆਇਆ? ਕਹਿੰਦਾ, ਜੀ ਵਿਕਾਰ ਆਉਣਾ ਤੇ ਦੂਰ ਦੀ ਗੱਲ, ਮੈਨੂੰ ਤੇ ਖਾਣਾ ਪੀਣਾ ਵੀ ਭੁੱਲ ਗਿਆ ਸੀ, ਮੈਨੂੰ ਤੇ ਸੁੰਦਰ ਬਸਤਰ ਪਾਉਣੇ ਵੀ ਭੁੱਲ ਗਏ ਸਨ, ਵਿਕਾਰ ਭੋਗਣੇ ਤਾਂ ਬਹੁਤ ਦੂਰ ਦੀ ਗੱਲ ਹੈ। ਫਕੀਰ ਨੇ ਆਖਿਆ, ਬਸ ਤੁਹਾਡੇ ਵਿੱਚ ਤੇ ਸਾਡੇ ਵਿੱਚ ਇਹੀ ਫਰਕ ਹੈ, ਜਿਵੇਂ 8 ਦਿਨਾਂ ਬਾਰੇ ਤੈਨੂੰ ਪਤਾ ਲੱਗਿਆ ਕਿ ਮੌਤ 8 ਦਿਨਾਂ ਬਾਅਦ ਆਵੇਗੀ, ਤੇ ਤੂੰ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਦੁਖੀ ਹੋਇਆ ਤੇ ਰੱਬ ਨੂੰ ਧਿਆਉਣ ਲੱਗ ਪਿਆ। ਹੇ ਰਾਜਨ, ਅਸੀਂ ਹਰ ਵੇਲੇ ਮੌਤ ਦੇ ਭੌ ਵਿੱਚ ਰਹਿੰਦੇ ਹਾਂ, ਜਿਸ ਕਰਕੇ ਅਸੀਂ ਕਦੀ ਵੀ ਰੱਬ ਦੇ ਨਾਮ ਨੂੰ ਨਹੀਂ ਭੁਲਾਉਂਦੇ। ਤੈਨੂੰ 8 ਦਿਨਾਂ ਦਾ ਭਰੋਸਾ ਸੀ, ਤੂੰ ਤਾਂ ਵੀ ਰੱਬ ਦਾ ਸਿਮਰਨ ਕਰਦਾ ਰਿਹਾ, ਪਰ ਅਸੀਂ ਤਾਂ ਇਉਂ ਸਮਝਦੇ ਹਾਂ ਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੀਬਹੁ, ਜਾਂ ਕੇ ਜੀ ਪੁਰਾਣਾ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਹੇ ਜਹਾਂਗੀਰ ਬਾਦਸ਼ਾਹ, ਇਹ ਜਨਮ ਮਿਲਿਆ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਮਿਲ ਵੇਲਾ ਹੈ ਇਹ। ਤਾਂ ਕਰਕੇ ਸਾਡੇ ਮਨ ਵਿੱਚ ਕੋਈ ਵਿਕਾਰ, ਕੋਈ ਵਾਸ਼ਨਾ ਫੁਰਦੀ ਹੀ ਨਹੀਂ, ਸਦਾ ਹੀ ਮਨ ਰੱਬ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਮੇਰੇ ਪਿਆਰੇ ਮਿੱਤਰ, ਮੇਰੇ ਮਨ, ਮੇਰੀ ਗੱਲ ਨੂੰ ਸੁਣ ਤੇ ਧਿਆਨ ਨਾਲ ਸੁਣ। ਆਪਣੇ ਖਾਨੇ ਦੇ ਵਿੱਚ ਇਸ ਨੂੰ ਬਿਠਾ ਕਿ ਮਿਲ ਵੇਲਾ ਹੈ ਇਹ, ਰੱਬ ਨਾਲ ਮਿਲਣ ਦਾ। ਇਹੀ ਤੈਨੂੰ ਬਹੁਤ ਕਰਮਾਂ ਵਾਲਾ ਸਮਾਂ ਮਿਲਿਆ ਹੈ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇਹ। ਗਰੀਬ ਨਵਾਜ ਪਾਤਸ਼ਾਹ ਨੇ ਦੋ ਚੀਜ਼ਾਂ ਇਸ ਵਿੱਚ ਗਿਣੀਆਂ ਨੇ, ਜੋਬਨ ਤੇ ਸਵਾਸ। ਜਿੰਨਾ ਚਿਰ ਤੱਕ ਤੇਰੇ ਸਰੀਰ ਤੇ ਜਵਾਨੀ ਹੈ, ਤੇ ਦੂਸਰੀ ਗੱਲ ਤੇਰੇ ਨੈਣ ਪ੍ਰੈਣ ਚੱਲਦੇ ਨੇ, ਸਾਹ ਆਉਂਦੇ ਜਾਂਦੇ ਨੇ, ਇਹ ਸਮਾਂ ਉਦੋਂ ਤੱਕ ਹੀ ਹੈ। ਤਬ ਲਗ ਇਹੋ ਤਨ ਦੇ। ਜਦੋਂ ਤੱਕ ਸਵਾਸ ਨੇ ਉਦੋਂ ਤੱਕ ਹੀ ਇਹ ਦੇਹ ਤੇਰੀ ਹੈ, ਇਸ ਤੋਂ ਤੂੰ ਕੰਮ ਲੈ ਸਕਦਾ ਹੈ। ਜਦੋਂ ਪ੍ਰਾਣ ਪੰਖੇਰੂ ਹੋ ਗਏ ਫਿਰ ਤਾਂ ਇਹ ਮਿੱਟੀ ਦੀ ਢੇਰੀ ਬਣ ਜਾਵੇਗੀ। ਜਿਵੇਂ ਗੁਰਬਾਣੀ ਦਾ ਬਚਨ ਹੈ ਕਿ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਇਕ ਨੀ ਲੱਦਿਆ ਇਕ ਲੱਦ ਚੱਲੇ, ਇਕ ਨੀ ਬੱਦੇ ਪਾਰ। ਇਕ ਨਾ ਹੋਈ ਸਾਖਤੀ, ਇਕ ਨਾ ਹੋਈ ਸਾਰ। ਲਸਕਰ ਸਣੈ ਦਮਾਮਿਆਂ, ਛੁੱਟੇ ਬੰਕ ਦੁਆਰ। ਨਾਨਕ ਢੇਰੀ ਸ਼ਾਰ ਕੀ, ਭੀ ਫਿਰ ਹੋਈ ਸ਼ਾਰ। ਇਹ ਸਰੀਰ ਮਿੱਟੀ ਦੀ ਢੇਰੀ ਸੀ ਤੇ ਆਖਰਕਾਰ ਮਿੱਟੀ ਦੀ ਢੇਰੀ ਹੀ ਬਣ ਜਾਂਦਾ ਹੈ। ਢੇਰੀ ਸ਼ਾਰ ਕੀ, ਭੀ ਫਿਰ ਹੋਈ ਸ਼ਾਰ। ਇਹ ਸਰੀਰ ਉਦੋਂ ਤੱਕ ਤੇਰਾ ਹੈ, ਉਦੋਂ ਤੱਕ ਤੇਰਾ ਸਾਥੀ ਹੈ ਜਦ ਤੱਕ ਤੇਰੇ ਅੰਦਰ ਸਵਾਸ ਚੱਲਦੇ ਨੇ, ਜਦੋਂ ਤੱਕ ਤੇਰੇ ਉੱਪਰ ਜੋਬਨ ਜਵਾਨੀ ਹੈ। ਕਿਉਂਕਿ ਬੁਢੇਪੇ ਵਿੱਚ ਵੀ ਤੇਰੇ ਸਰੀਰ ਨੇ ਤੇਰਾ ਸਾਥ ਨਹੀਂ ਦੇਣਾ, ਲੱਤਾਂ ਨੇ ਸਾਥ ਨਹੀਂ ਦੇਣਾ, ਹੱਥਾਂ ਨੇ ਕੋਈ ਸਾਥ ਨਹੀਂ ਦੇਣਾ। ਫਿਰ ਸਰੀਰ ਤੇ ਤੇਰੇ ਕੋਲ ਹੋਵੇਗਾ, ਪਰ ਸਰੀਰ ਦੇ ਵਿੱਚ ਕੁਝ ਕਰਨ ਦੀ ਸਮਰੱਥਾ ਨਹੀਂ ਹੋਵੇਗੀ। ਕਿਉਂਕਿ ਬਾਣੀ ਦਾ ਬਚਨ ਹੈ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ। ਅੱਜ ਫਰੀਦਾ ਕੂਜੜਾ, ਸਹਿ ਕੋਹਾਂ ਥਿਓਮ। ਭਗਤ ਫਰੀਦ ਜੀ ਕਹਿੰਦੇ ਨੇ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਬੜਾ ਸਫ਼ਰ ਕੀਤਾ ਹੈ। ਜੇ ਲੋੜ ਪੈਂਦੀ ਸੀ ਮੈਂ ਛਾਲਾਂ ਮਾਰ ਮਾਰ ਕੇ ਪਹਾੜਾਂ ਤੇ ਵੀ ਚੜ ਜਾਂਦਾ ਸੀ। ਥਲ ਡੂੰਗਰ ਪਵਿਓਮ। ਤੇ ਭਗਤ ਫਰੀਦ ਸਾਹਿਬ ਕਹਿੰਦੇ, ਮੈਂ ਤਜਰਬਾ ਕਰਕੇ ਵੇਖਿਆ, ਸਫ਼ਰ ਬੜਾ ਬੜਾ ਕੀਤਾ, ਪਰ ਕਦੀ ਇਹਨਾਂ ਲੱਤਾਂ ਨੂੰ ਥਕਾਵਟ ਨਹੀਂ ਸੀ ਮਹਿਸੂਸ ਹੋਈ। ਤੁਰਦਾ ਵੀ ਬੜਾ ਸੀ, ਸਫ਼ਰ ਵੀ ਬੜਾ ਕਰਦਾ ਸੀ, ਪਰ ਇਹ ਲੱਤਾਂ ਕਦੇ ਥੱਕਦੀਆਂ ਨਹੀਂ ਸਨ। ਪਰ ਅੱਜ ਮੇਰੀਆਂ ਲੱਤਾਂ ਇੰਨੀਆਂ ਬੇਜ਼ਾਰ, ਲਾਚਾਰ ਤੇ ਆਵਾਜ਼ਾਰ ਹੋ ਚੁੱਕੀਆਂ ਨੇ, ਇਹਨਾਂ ਲੱਤਾਂ ਵਿੱਚ ਇੰਨੀ ਹਿੰਮਤ ਨਹੀਂ ਕਿ ਉੱਠ ਕੇ ਪਾਣੀ ਪੀ ਸਕਣ। ਅੱਜ ਫਰੀਦਾ ਕੂਜੜਾ, ਸਹਿ ਕੋਹਾਂ ਥਿਓਮ। ਮੇਰੇ ਪੁੱਤਾਂ ਨੇ ਮੇਰੇ ਸਿਰਹਾਣੇ ਪਾਣੀ ਦਾ ਘੜਾ ਭਰ ਕੇ ਰੱਖਿਆ ਹੈ, ਤੇ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਆਪ ਉੱਠ ਕੇ ਪਾਣੀ ਪੀ ਲਵਾਂ। ਉਹ ਗਲਾਸ ਭਰਨ ਵਾਸਤੇ ਵੀ ਆਪਣੇ ਪੋਤਰਿਆਂ ਪੜਪੋਤਰਿਆਂ ਨੂੰ ਆਵਾਜ਼ ਦੇਣੀ ਪੈਂਦੀ ਹੈ, ਕਿਉਂਕਿ ਅੱਜ ਇਹ ਲੱਤਾਂ ਬੇਜ਼ਾਰ, ਲਾਚਾਰ ਹੋ ਗਈਆਂ। ਕੋਈ ਸਮਾਂ ਸੀ ਜਦੋਂ ਇਹਨਾਂ ਲੱਤਾਂ ਨੂੰ ਥਕਾਵਟ ਦੀ ਪਰਵਾਹ ਹੀ ਨਹੀਂ ਸੀ ਹੁੰਦੀ। ਤਾਂ ਕਰਕੇ ਮਹਾਰਾਜ ਕਹਿੰਦੇ, ਜਦੋਂ ਤੱਕ ਜੋਬਨ ਜਵਾਨੀ ਹੈ, ਇਹ ਸਰੀਰ ਵੀ ਤੇਰਾ ਉਦੋਂ ਤੱਕ ਹੈ। ਬੁਢੇਪੇ ਦੇ ਵਿੱਚ ਇਹ ਸਰੀਰ ਤੇਰੇ ਕੋਲ ਹੋਵੇਗਾ ਜ਼ਰੂਰ, ਪਰ ਤੇਰਾ ਸਾਥ ਨਹੀਂ ਦੇਵੇਗਾ। ਨੈਣੋ ਨੀਰ ਬਹਿ ਤਨ ਖੀਨਾ,
पए केस दुध बानी, रूदा कंठ शब्द नहीं उचरै, अब क्या करे प्राणी। ਅੱਖਾਂ ਦੀ ਨਜ਼ਰ ਕਮਜ਼ੋਰ ਹੋ ਗਈ ਤੇ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ, ਸਰੀਰ ਕਮਜ਼ੋਰ ਹੋ ਗਿਆ, ਵਾਲ ਕੇਸ ਸਿਰ ਦੇ ਦੁੱਧ ਵਰਗੇ ਚਿੱਟੇ ਹੋ ਗਏ, ਗਲੇ ਵਿੱਚ ਬਲਗਮ ਜੰਮ ਗਈ ਤੇ ਬੋਲਿਆ ਨਹੀਂ ਜਾਂਦਾ। ਤੇ ਜਦੋਂ ਕੱਖ ਵੀ ਨਾ ਬੋਲਿਆ ਗਿਆ ਉਦੋਂ ਰੱਬ ਦਾ ਨਾਮ ਵੀ ਕਿਵੇਂ ਉਚਾਰਨ ਕਰੇਗਾ। अब क्या करे प्राणी। हे प्राणा धारी जीव, हुण तू की करेगा। भाव बड़ा कसूता फस गया है, इत्थे आके तेरा कोई जोर नहीं चलना, समय ने तैनू जित लिया है। जारे आई जोबन हारिया, बुढ़ेपे ने तेरी जवानी नू जित लिया। ਤਾਂ ਕਰਕੇ ਸਾਹਿਬ ਕਹਿੰਦੇ ਜਬ ਲਗ ਜੋਬਨ ਸਾਸ ਹੈ ਭਾਈ, ਜਦੋਂ ਤੱਕ ਜਵਾਨੀ ਦੇ ਦਿਨ ਨੇ, ਜਦੋਂ ਤੱਕ ਸਰੀਰ ਵਿੱਚ ਨੈਣ ਪ੍ਰੈਣ ਨੇ, ਉਦੋਂ ਤੱਕ ਹੀ ਇਹ ਦੇਹ ਤੇਰੀ ਹੈ, ਉਦੋਂ ਤੱਕ ਹੀ ਸਰੀਰ ਤੇਰਾ ਸਾਥ ਦੇਵੇਗਾ। ਬਿਨ ਗੁਣ ਕਾਮ ਨ ਆਵਈ, ਤਹਿ ਢੇਰੀ ਤਨ ਖੇਹ। ਜਦੋਂ ਤੱਕ ਪਰਮਾਰਥ ਦੇ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕਰਦਾ, ਸਤ ਸੰਤੋਖ ਦਇਆ ਧਰਮ ਧੀਰਜ ਖਿਮਾ, ਇਹਨਾਂ ਗੁਣਾਂ ਦਾ ਧਾਰਨੀ ਨਹੀਂ ਬਣਦਾ, ਉਦੋਂ ਤੱਕ ਇਹ ਸਰੀਰ ਤੇਰਾ ਕਿਸੇ ਵੀ ਕੰਮ ਨਹੀਂ ਹੈ। ਬਿਨ ਗੁਣ ਕਾਮ ਨਾ ਆਵੇ। ਗੁਣ ਧਾਰਨ ਕਰਨ ਤੋਂ ਬਗੈਰ ਤਾਂ ਇਹ ਸਰੀਰ ਇੱਕ ਹੱਡ ਚੰਮ ਤੇ ਮਾਸ ਦਾ ਲੋਥੜਾ ਹੈ। ਸਰੀਰ ਤੇ ਪਸ਼ੂਆਂ ਕੋਲ ਵੀ ਹੈ, ਪਰ ਉਹਨਾਂ ਕੋਲ ਕੋਈ ਗੁਣ ਨਹੀਂ ਹੈ। ਜੇ ਬੰਦੇ ਕੋਲ ਵੀ ਨਿਰਾ ਪੁਰਾ ਸਰੀਰ ਹੈ, ਕੋਈ ਗੁਣ ਨਹੀਂ ਹੈ, ਤੇ ਸਭ ਕਹਿੰਦੇ ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਇਹ ਲੋਕ ਦਿਖਾਵਾ ਕਰਨ ਵਾਲਾ ਜੀਵ ਬੇਸ਼ੱਕ ਦਿਸਣ ਨੂੰ ਮਨੁੱਖ ਲੱਗਦਾ ਹੈ, ਵੇਖਣ ਨੂੰ ਇਹ ਮਨੁੱਖ ਜਾਪਦਾ ਹੈ, ਪਰ ਸਹੀ ਮਾਇਨਿਆਂ ਦੇ ਵਿੱਚ ਇਹ ਪਸ਼ੂ ਹੈ, ਬਿਰਤੀ ਇਹਦੀ ਪਸ਼ੂਆਂ ਵਰਗੀ ਹੈ। ਤਾਂ ਕਰਕੇ ਹਜੂਰ ਕਹਿੰਦੇ ਬਿਨ ਗੁਣ ਕਾਮ ਨਾ ਆਵਈ। ਹੇ ਗੁਰਸਿੱਖਾ, ਗੁਣ ਧਾਰਨ ਕਰਨ ਤੋਂ ਬਗੈਰ, ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਗੈਰ ਇਹ ਸਰੀਰ ਤੇਰਾ ਕਿਸੇ ਵੀ ਕੰਮ ਨਹੀਂ ਆਵੇਗਾ। ਢਹਿ ਢੇਰੀ ਤਨ ਖੇ। ਜਦੋਂ ਸਵਾਸ ਨਿਕਲ ਜਾਣਗੇ, ਸੰਸਕਾਰ ਕਰਨ ਤੋਂ ਬਾਅਦ ਇਹ ਸਰੀਰ ਢਹਿ ਢੇਰੀ ਹੋ ਜਾਵੇਗਾ, ਮਿੱਟੀ ਦੀ ਢੇਰੀ ਬਣ ਕੇ ਰਹਿ ਜਾਏਗਾ। ਜੇ ਚੰਗੇ ਗੁਣ ਨਾ ਧਾਰਨ ਕੀਤੇ ਤੇ ਤੇਰੇ ਜਾਣ ਤੋਂ ਬਾਅਦ ਵਿੱਚ ਵੀ ਤੈਨੂੰ ਕੋਈ ਯਾਦ ਨਹੀਂ ਕਰੇਗਾ, ਅਥਵਾ ਪਰਲੋਕ ਦੇ ਵਿੱਚ ਵੀ ਤੇਰੇ ਗੁਣ ਹੀ ਤੇਰੀ ਮਦਦ ਕਰਨਗੇ। ਭਾਵ ਤੇਰੇ ਚੰਗੇ ਕਰਮ ਹੀ ਤੇਰੇ ਸਾਥੀ ਬਣਨਗੇ। ਜੇ ਉਹ ਚੰਗੇ ਕਰਮ ਚੰਗੇ ਗੁਣ ਤੇਰੇ ਪਾਸ ਨਾ ਹੋਏ ਤੇ ਫਿਰ ਹੇ ਪ੍ਰਾਣਾ ਧਾਰੀ ਜੀਵ, ਇਹ ਸਰੀਰ ਨੇ ਤਾਂ ਇੱਕ ਦਿਨ ਢਹਿ ਢੇਰੀ ਹੋ ਹੀ ਜਾਣਾ ਹੈ, ਮਿੱਟੀ ਦੀ ਢੇਰੀ ਬਣ ਜਾਣਾ ਹੈ। ਮੇਰੇ ਮਨ ਲੈ ਲਾਹਾ ਕਰ ਜਾਹੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਮੇਰੇ ਮਨ, ਜੇ ਤੂੰ ਘਰੋਂ ਤੁਰਿਆ ਹੈ ਕਿਸੇ ਮਕਸਦ ਵਾਸਤੇ, ਕਿਸੇ ਪ੍ਰਾਪਤੀ ਵਾਸਤੇ, ਫਿਰ ਚਾਹੀਦਾ ਤੇ ਇਹ ਹੈ ਕਿ ਜਿਹੜੀ ਪ੍ਰਾਪਤੀ ਕਰਨ ਵਾਸਤੇ ਘਰੋਂ ਤੁਰਿਆ ਹੈ, ਉਹ ਪ੍ਰਾਪਤੀ ਕਰਕੇ ਹੀ ਆਪਣੇ ਘਰ ਵਾਪਸ ਜਾ, ਖਾਲੀ ਹੱਥ ਨਾ ਮੁੜੀ। ਕਿਉਂਕਿ ਜਦੋਂ ਵਪਾਰ ਕਰਨ ਗਿਆ ਬੱਚਾ ਖਾਲੀ ਹੱਥ ਘਰ ਵਾਪਸ ਆਉਂਦਾ ਹੈ ਤੇ ਮਾਂ ਪਿਓ ਜਿੱਥੇ ਫਟਕਾਰਾਂ ਪਾਉਂਦੇ ਨੇ, ਉੱਥੇ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਇਹ ਬੱਚਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਵੇਗਾ, ਤੇ ਮਾਂ ਪਿਓ ਨੂੰ ਅਫਸੋਸ ਹੁੰਦਾ ਹੈ ਕਿ ਜਿਹੜੇ ਕੰਮ ਵਾਸਤੇ ਤੋਰਿਆ ਸੀ ਉਹ ਕੰਮ ਤੇ ਅਧੂਰਾ ਛੱਡ ਕੇ ਹੀ ਘਰ ਵਾਪਸ ਆ ਗਿਆ ਹੈ। ਤਾਂ ਕਰਕੇ ਸਾਹਿਬ ਕਹਿੰਦੇ, ਜੇ ਘਰ ਵਾਪਸ ਪਰਤਣਾ ਹੈ ਤੇ ਲਾਹਾ ਖੱਟ ਕੇ ਹੀ ਜਾ। ਲਾਹਾ ਮਤਲਬ ਲਾਭ, ਚੰਗਾ ਨਾਮ ਦਾ ਵਪਾਰ ਕਰਕੇ ਹੀ ਆਪਣੇ ਘਰ ਵਿੱਚ ਵਾਪਸ ਜਾ, ਤਾਂ ਤੇਰੀ ਪਰਲੋਕ ਰੂਪੀ ਘਰ ਵਿੱਚ ਵੀ ਸੋਭਾ ਹੋਵੇਗੀ।
ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਬਣਜ ਵਿਵਹਾਰ ਲਗ ਜਾਤ ਹੈ ਵਿਦੇਸ ਪ੍ਰਾਨੀ, ਕਹੀਏ ਸਪੂਤ ਲਾਭ ਲਬਤ ਕੈ ਆਨੀਐ। ਜਦੋਂ ਕੋਈ ਮਾਂ-ਬਾਪ ਆਪਣੇ ਬੇਟੇ ਨੂੰ ਦੂਰ ਕਿਸੇ ਦੇਸ਼ ਵਿੱਚ ਵਪਾਰ ਕਰਨ ਵਾਸਤੇ ਭੇਜਦੇ ਨੇ ਤੇ ਕੁਝ ਖਰਚਾ ਪਾਣੀ ਉਸ ਨੂੰ ਤੁਰਨ ਵੇਲੇ ਦੇ ਦਿੰਦੇ ਹਨ, ਤੇ ਭਾਈ ਗੁਰਦਾਸ ਜੀ ਕਹਿੰਦੇ ਲਾਇਕ ਪੁੱਤਰ ਉਹੀ ਹੈ ਜਿਹੜਾ ਉਸ ਖਰਚੇ ਪਾਣੀ ਦੀ ਸੰਜਮ ਨਾਲ ਵਰਤੋਂ ਕਰੇ ਤੇ ਸਗੋਂ ਜਿਹੜੇ ਕੰਮ ਵਾਸਤੇ ਤੋਰਿਆ ਹੈ ਉਹਦੇ ਵਿੱਚੋਂ ਨਫਾ ਖੱਟ ਕੇ ਲਿਆਵੇ, ਲਾਭ ਖੱਟ ਕੇ ਲਿਆਵੇ। ਕਹੀਏ ਸਬੂਤ ਲਾਭ ਲਬਤ ਕੈ ਆਨੀਐ। ਉਹੀ ਪੁੱਤਰ ਸਪੁੱਤਰ ਅਖਵਾਉਣ ਦਾ ਹੱਕਦਾਰ ਹੈ। ਮਾਤਾ ਪਿਤਾ ਉਸੇ ਨਾਲ ਪ੍ਰੇਮ ਕਰਦੇ ਨੇ। ਤਾਂ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ, ਮੇਰੇ ਮਨ ਲੈ ਲਾਹਾ ਕਰ ਜਾਹੇ। ਹੇ ਮੇਰੇ ਮਨ, ਜੇ ਇਸ ਸੰਸਾਰ ਦੇ ਉੱਪਰ ਆਉਣ ਦਾ ਤੈਨੂੰ ਮੌਕਾ ਮਿਲਿਆ ਹੈ ਤੇ ਫਿਰ ਪਰਮਾਤਮਾ ਦਾ ਨਾਮ ਜਪਣ ਰੂਪੀ ਲਾਹਾ ਖੱਟ ਕੇ ਜਾ। ਕਿਉਂਕਿ ਬਾਣੀ ਦਾ ਬਚਨ ਹੈ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਕਿਹੜੇ ਝੂਠੇ ਧੰਦਿਆਂ ਦੇ ਵਿੱਚ ਤੂੰ ਲੱਗਾ ਹੋਇਆ ਹੈ, ਤੇਰੀ ਜ਼ਿੰਦਗੀ ਰੂਪੀ ਰਾਤ ਤਾਂ ਸਾਰੀ ਮੁੱਕਦੀ ਜਾ ਰਹੀ ਹੈ। ਤੇ ਸਾਹਿਬ ਨੂੰ ਪੁੱਛੀਏ ਕਿ ਲਾਹਾ ਕਾਹਦਾ ਲੈਣ ਵਾਸਤੇ ਆਏ ਹਾਂ, ਤੇ ਗੁਰਦੇਵ ਕਹਿੰਦੇ ਨੇ, ਆਇਓ ਸੁਨਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਗੁਰਬਾਣੀ ਪੜਨ ਰੂਪੀ ਲਾਹਾ ਖੱਟਣਾ, ਨਾਮ ਜਪਣ ਰੂਪੀ ਸੇਵਾ ਸਿਮਰਨ ਰੂਪੀ ਲਾਹਾ ਖੱਟਣ ਵਾਸਤੇ ਆਇਆ ਹੈ। ਗੁਰਮੁਖ ਨਾਮ ਸਲਾਹੀਐ, ਹਉਮੈ ਨਿਵਰੀ ਭਾਹੇ। ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਕਰੀਏ ਤੇ ਉਹਦੀ ਵਡਿਆਈ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਹਉਮੈ ਨਿਵਰੀ ਭਾਹੇ। ਹਉਮੈ ਹੰਕਾਰ ਤੇ ਵਿਸ਼ੇ ਵਾਸ਼ਨਾਵਾਂ ਦੀ ਅੱਗ ਜੋ ਲੱਟ ਲੱਟ ਕਰਕੇ ਹਿਰਦੇ ਅੰਦਰ ਬਲਦੀ ਹੈ, ਜਿਹੜੀ ਅੱਗ ਨੇ ਸਾਰੇ ਚੰਗੇ ਗੁਣਾਂ ਨੂੰ ਸਾੜ ਕੇ ਸੁਆਹ ਕੀਤਾ ਹੈ, ਉਹ ਨਿਵਰਤ ਹੋ ਜਾਵੇਗੀ। ਹਉਮੈ ਨਿਵਰੀ ਭਾਹੇ। ਹਉਮੈ ਰੂਪੀ ਅਗਨੀ ਹਿਰਦੇ ਘਰ ਦੇ ਵਿੱਚੋਂ ਨਿਵਰਤ ਹੋ ਜਾਵੇਗੀ। ਇਹ ਅੱਗ ਬੁਝ ਜਾਏਗੀ ਜਦੋਂ ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਪਰਮੇਸ਼ਰ ਦੀ ਵਡਿਆਈ ਕਰੇਗਾ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਸੁਣ ਸੁਣ ਗੰਡਣ ਗੰਢੀਐ, ਲਿਖ ਪੜ ਬੁਝੇ ਭਾਰ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਕਿ ਕੁਝ ਲੋਕ ਵੇਦਾਂ ਸ਼ਾਸਤਰਾਂ ਨੂੰ ਸੁਣਦੇ ਨੇ ਤੇ ਸੁਣ ਕੇ ਬੇਤੁਕੀਆਂ ਜਿਹੀਆਂ ਕਵਿਤਾਵਾਂ, ਬੇਤੁਕੀਆਂ ਜਿਹੀਆਂ ਗੱਲਾਂ ਨੂੰ ਗੰਢ ਵੀ ਲੈਂਦੇ ਨੇ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਹੁੰਦਾ। ਲਿਖਣ ਤੇ ਆਪਣੇ ਵੱਲੋਂ ਜ਼ੋਰ ਤੇ ਬੜਾ ਲਾਇਆ, ਪਰ ਕੋਈ ਮਤਲਬ ਨਹੀਂ ਨਿਕਲਿਆ। ਭਾਵ ਜਿਹੜੀ ਕਵਿਤਾ ਲਿਖੀ ਹੈ ਉਹ ਬਿਲਕੁਲ ਰਸਹੀਣ ਹੈ। ਕਵਿਤਾ ਵਿੱਚੋਂ ਕੋਈ ਰਸ ਨਹੀਂ ਨਿਕਲਿਆ। ਬੇਤੁਕੀਆਂ ਟੇਢੀਆਂ ਮੇਢੀਆਂ ਗੱਲਾਂ ਜੋੜ ਲਈਆਂ, ਸੁਣ ਸੁਣ ਗੰਢਣ ਗੰਢੀਆਂ ਗੰਢ ਲਈਆਂ ਤੇ ਆਪਣੇ ਆਪ ਨੂੰ ਬੜਾ ਉੱਤਮ ਬਕਤਾ ਸਮਝ ਲਿਆ ਜਾਂ ਉੱਤਮ ਕਵੀ ਸਮਝ ਲਿਆ। ਲੇਖ ਪੜ ਬੁੱਝੈ ਭਾਰ। ਮਹਾਰਾਜ ਕਹਿੰਦੇ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪਹਿਲਾਂ ਪੜ੍ਹਦੇ ਨੇ, ਫਿਰ ਉਹਨਾਂ ਵਿੱਚੋਂ ਮੂਲ ਸੂਤਰ ਯਾਦ ਰੱਖ ਕੇ ਆਪਣੀ ਕਿਤਾਬ ਦੇ ਉੱਪਰ ਲਿਖ ਲੈਂਦੇ ਨੇ, ਫਿਰ ਉਸ ਨੂੰ ਬੁੱਝ ਕੇ ਸਮਝ ਕੇ ਆਪਣੇ ਅੰਦਰ ਯਾਦ ਕਰ ਲੈਂਦੇ ਨੇ। ਪੜ੍ਹਿਆ ਲਿਖਿਆ, ਉਸ ਨੂੰ ਸਮਝਿਆ ਤੇ ਯਾਦ ਕਰ ਲਿਆ, ਤੇ ਜਿੰਨਾ ਵੱਧ ਯਾਦ ਕੀਤਾ ਓਨਾ ਹੀ ਭਾਰ ਉਹਦੇ ਦਿਮਾਗ ਤੇ ਪੈ ਗਿਆ। ਲਿਖ ਪੜ ਬੁੱਝੈ ਭਾਰ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਸ ਪੜਨ ਲਿਖਣ ਦਾ, ਬੁੱਝਣ ਦਾ ਜੀਵ ਦੇ ਸਿਰ ਉੱਪਰ ਭਾਰ ਪੈ ਗਿਆ ਤੇ ਆਪਣੇ ਆਪ ਨੂੰ ਉੱਤਮ ਬਕਤਾ ਸਾਬਿਤ ਕਰਨ ਵਾਸਤੇ ਇਧਰੋਂ ਉਧਰੋਂ ਸੁਣ ਕੇ ਚਾਰਕ ਗੱਲਾਂ
ਇਧਰੋਂ ਉਧਰੋਂ ਸੁਣ ਕੇ ਚਾਰਕ ਵਿਦਵਤਾ ਦੀਆਂ ਗੱਲਾਂ ਤੇ ਆਪਣੇ ਵੱਲੋਂ ਕਵਿਤਾਵਾਂ ਗੰਢਣ ਲੱਗ ਪਿਆ, ਜਾਂ ਅਥਵਾ ਆਪਣੇ ਵੱਲੋਂ ਗ੍ਰੰਥਾਂ ਦੀਆਂ ਪੋਥੀਆਂ ਦੀਆਂ ਗੰਢਾਂ ਭਾਵ ਪੋਥੀਆਂ ਗੰਢਣ ਲੱਗ ਪਿਆ ਕਿ ਮੈਂ ਲੇਖਕ ਬਣ ਗਿਆ ਹਾਂ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਭਾਈ, ਐਸੇ ਜੀਵਾਂ ਦਾ ਲਿਖਿਆ ਪੜਿਆ ਕਿਸੇ ਵੀ ਲੇਖੇ ਵਿੱਚ ਨਹੀਂ ਪੜੇਗਾ। ਕਿਉਂਕਿ ਜਿੰਨਾ ਚਿਰ ਤੱਕ ਨਾਮ ਦੀ ਕਮਾਈ ਨਹੀਂ ਕੀਤੀ, ਉਦੋਂ ਤੱਕ ਭਾਈ ਇਹ ਸਾਰੇ ਕਾਰ ਵਿਅਰਥ ਹੈ। ਉਦੋਂ ਤੱਕ ਇਹ ਪੜ੍ਹਨਾ ਲਿਖਣਾ ਵਿਅਰਥ ਹੈ। ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਮਹਾਰਾਜ ਕਹਿੰਦੇ ਇੰਨਾ ਜ਼ਿਆਦਾ ਪੜ ਲਵੇ ਕਿ ਉਹਨਾਂ ਪੋਥੀਆਂ ਦਾ ਭਾਰ ਸਿਰ ਤੇ ਨਾ ਚੁੱਕਿਆ ਜਾਵੇ, ਤੇ ਉਹਨਾਂ ਸਾਰੀਆਂ ਪੋਥੀਆਂ ਨੂੰ ਕਿਸੇ ਗੱਡ ਦੇ ਉੱਪਰ ਲੱਦਣਾ ਪਵੇ। ਫਿਰ ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਵੇਦਾਂ ਸ਼ਾਸਤਰਾਂ ਨੂੰ, ਧਰਮ ਗ੍ਰੰਥਾਂ ਨੂੰ ਇੰਨਾ ਜ਼ਿਆਦਾ ਪੜ ਲਵੇ, ਸਿਰ ਦੇ ਉੱਪਰ ਨਾ ਚੁੱਕੇ ਜਾਣ, ਫਿਰ ਉਹਨਾਂ ਨੂੰ ਕਿਸੇ ਬੇੜੀ ਵਿੱਚ ਰੱਖਣਾ ਪਵੇ, ਤੇ ਬੇੜੀ ਨੂੰ ਨਦੀ ਵਿੱਚ, ਦਰਿਆ ਦੇ ਵਿੱਚ ਠੇਲ ਦਿੱਤਾ ਜਾਏ। ਰਸਤੇ ਵਿੱਚ ਜਿਹੜੇ ਜਿਹੜੇ ਵੀ ਸ਼ਹਿਰ ਆਉਣ, ਉਹਨਾਂ ਸ਼ਹਿਰਾਂ ਵਿੱਚ ਖੜ ਕੇ ਬੇੜੀ ਚੋਂ ਉਤਰ ਕੇ ਸ਼ਹਿਰ ਵਿੱਚ ਢੰਡੋਰਾ ਦੇ ਦੇਵੇ ਕਿ ਜਿਹੜਾ ਕੋਈ ਵਿਦਵਾਨ ਇੱਥੇ ਹੈ ਉਹ ਮੇਰੇ ਨਾਲ ਚਰਚਾ ਕਰੇ। ਕਈਆਂ ਦੀ ਸਾਰੀ ਸਾਰੀ ਉਮਰ ਇੰਜ ਹੀ ਬੀਤ ਜਾਂਦੀ ਸੀ। ਪੜ ਪੜ ਗੱਡੀਐ ਖਾਤ। ਕਈ ਧਰਮ ਗ੍ਰੰਥਾਂ ਨੂੰ ਇੰਨਾ ਜ਼ਿਆਦਾ ਪੜ ਲੈਂਦੇ ਸਨ ਕਿ ਉਹਨਾਂ ਨੂੰ ਕਿਸੇ ਟੋਏ ਦੇ ਵਿੱਚ ਧਰਮ ਗ੍ਰੰਥ ਜਾਂ ਪੋਥੀਆਂ ਨੂੰ ਦੱਬਣਾ ਪੈਂਦਾ ਸੀ। ਉਹਦੇ ਤੋਂ ਇਲਾਵਾ ਪੋਥੀਆਂ ਰੱਖਣ ਵਾਸਤੇ ਕੋਈ ਥਾਂ ਨਹੀਂ ਸੀ। ਮਹਾਰਾਜ ਕਹਿੰਦੇ, ਜੇ ਇੰਨਾ ਜ਼ਿਆਦਾ ਵੀ ਪੜ ਲਵੇ ਤੇ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਪਰਮੇਸ਼ਰ ਦਾ ਨਾਮ ਜਪਣ ਰੂਪੀ ਇੱਕੋ ਗੱਲ ਹੀ ਲੇਖੇ ਵਿੱਚ ਪਵੇਗੀ, ਬਾਕੀ ਸਭ ਕੁਝ ਹਉਮੈ ਹੰਕਾਰ ਦੀਆਂ ਪੰਡਾਂ ਨੇ, ਹੰਕਾਰ ਦਾ ਹੀ ਭਾਰ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ, ਸੁਣ ਸੁਣ ਗੰਢਣ ਗੰਢੀਐ। ਚਾਰਕ ਗੱਲਾਂ ਇਧਰੋਂ ਉਧਰੋਂ ਸੁਣ ਕੇ ਆਪਣੇ ਆਪ ਨੂੰ ਵਿਦਵਾਨ ਮੰਨ ਬੈਠਾ, ਤੇ ਲੇਖ ਪੜ ਬੁੱਝੈ ਭਾਰ। ਪੜ ਲਿਖ ਕੇ ਸਮਝ ਕੇ ਯਾਦ ਕਰਕੇ ਆਪਣੇ ਸਿਰ ਉੱਪਰ ਭਾਰ ਲੱਦ ਲਿਆ। ਤ੍ਰਿਸ਼ਨਾ ਅਹਨਸ ਅਗਲੀ, ਹਉਮੈ ਰੋਗ ਵਿਕਾਰ। ਪਰ ਜਿਨ੍ਹਾਂ ਨੂੰ ਖਤਮ ਕਰਨਾ ਸੀ ਉਹ ਤਾਂ ਅਜੇ ਵੀ ਜਿਉਂਦੀਆਂ ਤਿਉਂ ਹਨ। ਤ੍ਰਿਸ਼ਨਾ ਵੀ ਉਵੇਂ ਹੈ। ਅਹਨਿਸ ਦਿਨ ਰਾਤ ਮਨ ਨੂੰ ਤ੍ਰਿਸ਼ਨਾ ਸਤਾਉਂਦੀ ਹੈ, ਤੇ ਅਗਲੀ ਤੋਂ ਭਾਵ ਕਿ ਬਹੁਤ ਜ਼ਿਆਦਾ ਹੈ। ਹਉਮੈ ਰੋਗ ਵਿਕਾਰ। ਹਉਮੈ ਹੰਕਾਰ ਦਾ ਬਹੁਤ ਭਾਰੀ ਰੋਗ ਤੇ ਵਿਕਾਰ ਵਾਸ਼ਨਾਵਾਂ ਨੇ ਅੰਦਰ ਨੂੰ ਝੰਜੋੜ ਕੇ ਰੱਖਿਆ ਹੈ। ਓਹ ਬੇਪਰਵਾਹ ਅਤੋਲਵਾ, ਗੁਰਮਤ ਕੀਮਤ ਸਾਰ। ਉਹ ਅਕਾਲ ਪੁਰਖ ਵਾਹਿਗੁਰੂ ਬੇਪਰਵਾਹ ਹੈ, ਅਤੋਲਵਾ, ਤੋਲਿਆ ਨਹੀਂ ਜਾ ਸਕਦਾ, ਭਾਵ ਉਹਦਾ ਕੋਈ ਵੀ ਤੋਲ ਨਹੀਂ ਹੈ। ਜਿਵੇਂ ਤੱਕੜੀ ਦੇ ਵਿੱਚ ਇੱਕ ਛਾਬੇ ਵਿੱਚ ਵਸਤੂ ਪਾਈ ਜਾਂਦੀ ਹੈ ਤੇ ਦੂਸਰੇ ਛਾਬੇ ਦੇ ਵਿੱਚ ਵੱਟਾ ਰੱਖਿਆ ਜਾਂਦਾ ਹੈ। ਵੱਟੇ ਦੇ ਨਾਲ ਕੋਈ ਕਿਲੋ ਦਾ, ਕੋਈ ਸੇਰ ਦਾ, ਪਾ ਦਾ, ਕੋਈ ਅੱਧ ਪਾ ਦਾ, ਵੱਟੇ ਦੇ ਨਾਲ ਵਸਤੂ ਨੂੰ ਤੋਲਿਆ ਜਾਂਦਾ ਹੈ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਦਾ ਕੋਈ ਵੱਟਾ ਬਣਿਆ ਹੀ ਨਹੀਂ ਜਿਸ ਨਾਲ ਪਰਮੇਸ਼ਰ ਨੂੰ ਤੋਲਿਆ ਜਾ ਸਕੇ। ਉਹ ਅਤੋਲ ਹੈ, ਉਹ ਬੇਪਰਵਾਹ, ਉਹ ਅਤੋਲਵਾ। ਗੁਰਮਤ ਕੀਮਤ ਸਾਰ। ਗੁਰਮਤ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਹੀ ਉਹਦੀ ਸ੍ਰੇਸ਼ਟ ਕੀਮਤ ਹੈ। ਲੱਖ ਸਿਆਣਪ ਜੇ ਕਰੀ, ਲੱਖ ਸਿਓ ਪ੍ਰੀਤ ਮਿਲਾਪ। ਜੇਕਰ ਜੀਵ ਲੱਖਾਂ ਸਿਆਣਪਾਂ ਦਾ ਮਾਲਕ ਬਣ ਜਾਵੇ, ਭਾਵ ਕੋਈ ਲੱਖ ਸਿਆਣਾ ਬਣ ਜਾਵੇ, ਤੇ ਲੱਖ ਸਿਓ ਪ੍ਰੀਤ ਮਿਲਾਪ, ਲੱਖਾਂ ਲੋਕਾਂ ਦੇ ਨਾਲ ਪ੍ਰੇਮ ਪਿਆਰ ਹੋਵੇ, ਲੱਖਾਂ ਹੀ ਲੋਕਾਂ ਨਾਲ ਮੇਲ ਮਿਲਾਪ ਹੋਵੇ,
ਭਾਵ ਕਿ ਬੜੀ ਦੂਰ ਦੂਰ ਤੱਕ ਇਹਦੀ ਸਾਂਝ ਹੋਵੇ। ਜਿੱਧਰ ਨੂੰ ਤੁਰੇ ਲੋਕ ਕਾਫਲੇ ਬੰਨ ਕੇ ਇਹਦੇ ਮਗਰ ਮਗਰ ਤੁਰ ਪੈਣ। ਜਿੱਥੇ ਜਾਵੇ ਇਹਦੇ ਆਉਣ ਤੇ ਨਗਾਰੇ ਵੱਜਣ, ਨਰਸਿੰਘੇ ਵੱਜਣ ਤੇ ਆਉਣ ਤੇ ਬੜਾ ਭਰਵਾਂ ਸਵਾਗਤ ਕੀਤਾ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇੰਨੀ ਸ਼ੋਹਰਤ ਦਾ ਮਾਲਕ ਵੀ ਬਣ ਜਾਏ, ਪਰ ਸਾਹਿਬ ਦੀ ਬਾਣੀ ਦਾ ਪਾਵਨ ਬਚਨ ਹੈ ਕਿ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ। ਜੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾ ਹੋਈ ਤੇ ਪਰਲੋਕ ਦੇ ਅੰਦਰ ਕਿਸੇ ਨੇ ਬਾਤ ਨਹੀਂ ਪੁੱਛਣੀ। ਬਿਨ ਸੰਗਤ ਸਾਤੰਤਰਾਪੀਆ, ਬਿਨ ਨਾਵੈ ਦੁਖ ਸੰਤਾਪ। ਲੱਖਾਂ ਲੋਕਾਂ ਨਾਲ ਪ੍ਰੇਮ ਪਿਆਰ ਹੈ, ਲੱਖਾਂ ਨਾਲ ਮੇਲ ਮਿਲਾਪ ਹੈ ਤੇ ਸਿਆਣਪ ਵੀ ਬਹੁਤ ਹੈ, ਪਰ ਸਾਹਿਬ ਕਹਿੰਦੇ ਸਾਧ ਸੰਗਤ ਨਹੀਂ ਹੈ। ਤੇ ਜਦੋਂ ਤੱਕ ਸਾਧ ਸੰਗਤ ਦੀ ਪ੍ਰਾਪਤੀ ਨਾ ਹੋਈ ਉਦੋਂ ਤੱਕ ਇਹ ਜੀਵ ਆਤਮਾ ਰੱਜ ਨਹੀਂ ਸਕਦਾ। ਬਿਨ ਸੰਗਤ ਸਾਧ ਨਾ ਤਰਾਪੀਆ, ਤਰਾਪੀਆ ਭਾਵ ਰੱਜ ਜਾਣਾ। ਤਦ ਤੱਕ ਜੀਵ ਆਤਮਾ ਨੂੰ ਰਜੇਵਾਂ ਨਹੀਂ ਮਿਲ ਸਕਦਾ ਜਦੋਂ ਤੱਕ ਸਾਧ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਨਾਵੈ ਦੁਖ ਸੰਤਾਪ, ਨਾਮ ਦੀ ਕਮਾਈ ਕਰਨ ਤੋਂ ਬਗੈਰ ਦੁੱਖ ਤੇ ਸੰਤਾਪ ਭਾਰੀ ਕਸ਼ਟ ਭੋਗਣੇ ਪੈਂਦੇ ਹਨ। ਹਰ ਜਪ ਜੀਅਰੇ ਛੂਟੀਐ, ਗੁਰਮੁਖ ਚੀਨੈ ਆਪ। ਹੇ ਮੇਰੇ ਜੀਅਰੇ ਭਾਵ ਜੀਵ ਆਤਮਾ, ਹੇ ਮੇਰੇ ਮਨ, ਜੇ ਪਰਮੇਸ਼ਰ ਦਾ ਜਪ ਕਰੇ ਭਾਵ ਉਹਦਾ ਭਜਨ ਕਰੇ ਤੇ ਫਿਰ ਇਹ ਸੰਸਾਰ ਸਮੁੰਦਰ ਦੇ ਬੰਧਨਾਂ ਤੋਂ ਛੁੱਟ ਜਾਵੇਂਗਾ। ਗੁਰਮੁਖ ਚੀਨੈ ਆਪ, ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਗੁਰਮੁਖ ਮਹਾਤਮਾ ਆਪਣੇ ਆਪ ਨੂੰ ਪਛਾਣਦੇ ਨੇ। ਚੀਨੈ ਦਾ ਅਰਥ ਹੈ ਪਛਾਨਣਾ, ਆਪਣੇ ਆਪ ਨੂੰ ਪਛਾਨਣਾ, ਆਪੇ ਦੀ ਸੋਝੀ ਪ੍ਰਾਪਤ ਕਰਨੀ ਕਿ ਮੈਂ ਅਸਲ ਵਿੱਚ ਕੌਣ ਹਾਂ, ਮੇਰਾ ਅਸਲੀ ਰੂਪ ਕਿਹੜਾ ਹੈ। ਨਾ ਤਾਂ ਮੈਂ ਦੇਹ ਹਾਂ, ਨਾ ਮੈਂ ਮਨ ਹਾਂ, ਮੈਂ ਅਸਲ ਵਿੱਚ ਆਤਮਾ ਹਾਂ। ਇਹ ਖੋਜ ਕਰਨੀ, ਇਹ ਪ੍ਰਾਪਤੀ ਕਰਨੀ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਗੁਰਮੁਖਾਂ ਦੇ ਹਿੱਸੇ ਆਇਆ ਹੈ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ। ਜਿਨ੍ਹਾਂ ਗੁਰਮੁਖਾਂ ਨੇ ਆਪਣਾ ਤਨ ਮਨ ਧਨ ਤੇ ਫਿਰ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟਾ ਕਰ ਦਿੱਤਾ। ਇਉਂ ਸਮਝਿਆ ਕਿ ਹੇ ਸਤਿਗੁਰੂ, ਇਹ ਤਨ ਮਨ ਧਨ ਤੇਰੀ ਦਾਤ ਹੈ ਤੇ ਮੈਂ ਇਸ ਨੂੰ ਆਪਣੇ ਕੋਲ ਰੱਖ ਕੇ ਕੀ ਕਰਾਂਗਾ। ਤੂੰ ਦਿੱਤਾ ਤੇ ਤੈਨੂੰ ਹੀ ਸੌਂਪ ਕੇ ਮੈਂ ਆਪਣਾ ਤਨ ਮਨ ਸਫਲ ਕਰ ਲਵਾਂ। ਬਾਣੀ ਦਾ ਬਚਨ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਹੇ ਵਾਹਿਗੁਰੂ, ਜੋ ਤਨ ਮਨ ਧਨ ਅੱਜ ਮੇਰੇ ਕੋਲ ਹੈ ਇਹ ਤੇਰੀ ਦਾਤ ਹੈ, ਇਹ ਸਿਰ ਵੀ ਤੇਰੀ ਦਾਤ ਹੈ। ਤਾਂ ਕਰਕੇ ਮੈਂ ਆਪਣਾ ਸਿਰ ਵੀ ਤੇਰੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਹੈ। ਕਿਉਂਕਿ ਪ੍ਰੇਮ ਦੀ ਖੇਡ ਖੇਡਣ ਵਾਲੇ ਖਿਡਾਰੀ ਨੂੰ ਸਭ ਤੋਂ ਪਹਿਲੀ ਹਦਾਇਤ ਇਹੀ ਕੀਤੀ ਹੈ ਕਿ ਆਪਣੇ ਸਿਰ ਦੀ ਪਰਵਾਹ ਨਾ ਕਰੀ। ਜਿੱਥੇ ਵੀ ਲੱਗਦਾ ਹੋਵੇ ਲਾ ਦੇਵੀਂ, ਪਰ ਆਪਣੇ ਪਿਆਰੇ ਨੂੰ ਖੁਸ਼ ਕਰ ਲਵੇਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਪ੍ਰੇਮ ਦੀ ਖੇਡ ਖੇਡਣ ਦਾ ਤੈਨੂੰ ਚਾਹ ਹੈ ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਫਿਰ ਸਿਰ ਦੇਣ ਲੱਗਿਆਂ ਢਿੱਲ ਨਾ ਕਰੀ, ਸਿਰ ਦੇਣ ਲੱਗਿਆਂ ਕਦੇ ਝਿਜਕੀ ਨਾ। ਤੋ ਸੱਚੇ ਪਾਤਸ਼ਾਹ ਕਹਿੰਦੇ ਮਨ ਦੀਆ ਸਿਰ ਨਾਲ, ਆਪਣੇ ਸਿਰ ਦੇ ਸਹਿਤ ਮਨ ਤੇ ਤਨ ਗੁਰਮੁਖਾਂ ਨੇ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ ਹੈ। ਤੇਰੇ ਭਾਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਤੇਰੇ ਭਵਨ ਭਾਵ ਤਿੰਨਾਂ ਭਵਨਾਂ ਦੇ ਵਿੱਚੋਂ ਪਰਮੇਸ਼ਰ ਨੂੰ ਖੋਜਿਆ ਤੇ ਲੱਭ ਲਿਆ। ਤਿੰਨ ਭਵਨ ਭਾਵ ਸਵਰਗ ਲੋਕ, ਪਤਾਲ ਲੋਕ ਤੇ ਮਾਤ ਲੋਕ, ਅਥਵਾ ਤਿੰਨ ਭਵਨ ਸਜਾਤੀ ਵਜਾਤੀ ਤੇ ਸਵੈਗਤ ਭੇਦ ਰਹਿਤ ਪਰਮੇਸ਼ਰ, ਅਥਵਾ ਤਿੰਨ ਭਵਨ ਜਾਗਰਤ ਸੁਪਨ ਤੇ ਸੁਖੋਪਤ ਅਵਸਥਾ। ਇਹਨਾਂ ਤਿੰਨਾਂ ਵਿੱਚੋਂ ਖੋਜ ਕੇ ਲੱਭ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਤੇ ਗੁਰਮੁਖ ਖੋਜ ਨਿਹਾਲ, ਵਾਹਿਗੁਰੂ ਦੇ ਦਰਸ਼ਨ ਕਰਕੇ ਗੁਰਮੁਖ ਮਹਾਤਮਾ ਨਿਹਾਲ ਹੋ ਗਏ ਹਨ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਦੀ ਸਮਾਪਤੀ ਕਰਦੇ ਹੋਏ
ਭਾਈ ਅਜਿੱਤੇ ਰੰਧਾਵੇ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਪਾਵਨ ਫਰਮਾਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਜੀਵਾਂ ਨੂੰ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾਇਆ ਹੈ, ਗੁਰੂ ਨੇ ਜਿਨ੍ਹਾਂ ਦਾ ਢੋ ਢੁਕਾ ਦਿੱਤਾ, ਪਰਮੇਸ਼ਰ ਨਾਲ ਮੇਲ ਮਿਲਾ ਦਿੱਤਾ, ਨਾਨਕ ਸੋ ਪ੍ਰਭ ਨਾਲ, ਉਹਨਾਂ ਜੀਵਾਂ ਦੇ ਹਮੇਸ਼ਾ ਹੀ ਪਰਮੇਸ਼ਰ ਨਾਲ ਰਹਿੰਦਾ ਹੈ। ਭਾਵ ਸਦਾ ਹੀ ਉਹਨਾਂ ਦੇ ਅੰਗ ਸੰਗ ਵਸਦਾ ਹੈ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਦੇ ਅੰਗ ਸੰਗ ਹੈ ਜਿਨ੍ਹਾਂ ਨੂੰ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ। ਭਾਵ ਜਿਨ੍ਹਾਂ ਦੀ ਵਿਚੋਲਗੀ ਕਰਕੇ ਜੀਵ ਇਸਤਰੀਆਂ ਨੂੰ ਪ੍ਰਭੂ ਪਤੀ ਦੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਮਿਲਾ ਦਿੱਤਾ, ਉਹੀ ਜੀਵ ਕਰਮਾਂ ਵਾਲੇ ਨੇ, ਉਹਨਾਂ ਦਾ ਹੀ ਇਸ ਸੰਸਾਰ ਦੇ ਉੱਪਰ ਆਉਣਾ ਸਫਲ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਥੋਂ ਤੱਕ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਪਰਲੋਕ ਸਫਲ ਹੋ ਜਾਏ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤ੍ਰਿਭਾਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ, ਅੰਧਕੂਪ ਮਹਾ ਭਿਆਨ ਨਾਨਕ, ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ, ਹੇ ਅਪਰੰਪਰ ਹਰਿ ਹਰਿ ਹੈ ਪੀ ਹੋਵਨ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ ਨਾਨਕ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।